कई साल पहला ਸਾਡੇ ਘਰ ਤੋਂ ਕੁਝ ਹੀ ਦੂਰ ਇੱਕ ਡਾਰਲਿੰਗ ਪਰਿਵਾਰ ਰਹਿੰਦਾ ਸੀ। ਉਹਨਾਂ ਦੇ ਪਰਿਵਾਰ ਵਿੱਚ 3 ਬੱਚੇ ਸਨ। ਉਹਨਾਂ ਦੇ ਨਾਮ ਸੀ ਜੈਨ, ਮਾਈਕਲ ਤੇ ਵੈਂਡੀ। ਵੈਂਡੀ ਹਮੇਸ਼ਾ ਆਪਣੀ ਮਾਂ ਨੂੰ ਦੱਸਦੀ ਸੀ ਕਿ ਕਿਸ ਤਰ੍ਹਾਂ ਨਾਲ ਪੀਟਰ ਪੈਨ ਉਹਨਾਂ ਦੇ ਕਮਰੇ ਵਿੱਚ ਬੰਸਰੀ ਵਜਾਉਂਦਾ ਸੀ। ਉਹਦੀ ਮਾਂ ਹਮੇਸ਼ਾ ਉਹਨੂੰ ਕਹਿੰਦੀ ਕਿ ਇਹ ਸਭ ਉਹਦੀ ਕਲਪਨਾ ਹੈ, ਪਰ ਕੁਝ ਕਰ ਨਾ ਸਕੀ। ਪਰ ਕਮਰੇ ਵਿੱਚ ਪੱਤੇ ਵੀ ਵਿਖਦੇ ਸੀ ਜੋ ਉਹਨੂੰ ਉਲਝਣ ਵਿੱਚ ਪਾ ਦਿੰਦੇ ਸੀ। ਵੈਂਡੀ ਹਮੇਸ਼ਾ ਕਹਿੰਦੀ ਸੀ ਕਿ ਪੱਤੇ ਪੀਟਰ ਪੈਨ ਤੋਂ ਡਿੱਗਦੇ ਨੇ। ਇੱਕ ਰਾਤ ਜਦੋਂ ਉਹਨਾਂ ਦੇ ਮਾਪਿਓ ਬਾਹਰ ਗਏ ਹੋਏ ਸੀ ਤੇ ਬੱਚਿਆਂ ਨੂੰ ਘਰ ਇਕੱਲਾ ਛੱਡ ਦਿੱਤਾ ਸੀ, ਤਾਂ ਜਦੋਂ ਉਹਨਾਂ ਨੂੰ ਨੀਂਦ ਆਈ ਤੇ ਉਹ ਸਾਰੇ ਸੌਂ ਗਏ, ਪੀਟਰ ਪੈਨ ਕਮਰੇ ਵਿੱਚ ਆਇਆ ਤੇ ਉਹਨਾਂ ਪੱਤਿਆਂ ਨੂੰ ਲੱਭਣ ਲੱਗਾ ਜੋ ਉੱਥੇ ਛੁੱਟ ਗਏ ਸੀ। ਉਸੇ ਵੇਲੇ ਵੈਂਡੀ ਜਾਗ ਗਈ। ਪੀਟਰ ਪੈਨ, ਮੈਂ ਤੁਹਾਡਾ ਹੀ ਇੰਤਜ਼ਾਰ ਕਰ ਰਹੀ ਸੀ। ਤੁਸੀਂ ਅਸਲੀ ਹੋ, ਇਸ ਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੈ। ਵੈਂਡੀ ਨੇ ਪੀਟਰ ਨੂੰ ਪੱਤੇ ਵਾਪਸ ਕਰ ਦਿੱਤੇ ਜਿਨ੍ਹਾਂ ਨੂੰ ਉਹ ਪੀਟਰ ਦੇ ਲਈ ਲਕੋ ਰਹੀ ਸੀ। ਉਹਨੂੰ ਪੀਟਰ ਬਹੁਤ ਪਸੰਦ ਆਇਆ ਤੇ ਇਸ ਲਈ ਉਹਨੇ ਪੱਤੇ ਦੁਬਾਰਾ ਕੱਪੜਿਆਂ ਤੇ ਸੀ ਦਿੱਤੇ। ਵਿੰਡੀ, ਕੀ ਮੈਂ ਤੈਨੂੰ ਇੱਕ ਬਹਾਦਰੀ ਦੀ ਕਥਾ ਸੁਣਾ ਸਕਦਾ ਹਾਂ? ਮੈਂ ਕੋਈ ਸਾਹਸਕ ਕਹਾਣੀ ਨਹੀਂ ਸੁਣਨੀ ਹੈ। ਮੈਂ ਇੱਕ ਪੀਟਰ ਪੈਨ ਵਾਂਗ ਜੀਣਾ ਚਾਹੁੰਦੀ ਹਾਂ। ਉਸੇ ਵੇਲੇ ਪੀਟਰ ਦੀ ਛੋਟੀ ਦੋਸਤ ਪਰੀ ਟਿੰਕਰ ਬੈਲ ਖਿੜਕੀ ਤੋਂ ਅੰਦਰ ਆਈ। ਮੈਨੂੰ ਪਤਾ ਸੀ ਕਿ ਤੁਸੀਂ ਇੱਥੇ ਹੀ ਮਿਲੋਗੇ। ਕਿ ਤੁਸੀਂ ਮੇਰੇ ਬਿਨਾਂ ਇੱਕ ਨਵੀਂ ਹਿੰਮਤ ਦੀ ਤਿਆਰੀ ਕਰ ਰਹੇ ਸੀ? ਤੂੰ ਜਾਣਦੀ ਹੈ ਕਿ ਤੇਰੇ ਬਿਨਾਂ ਮੇਰੇ ਲਈ ਕੁਝ ਕਰ ਪਾਣਾ ਸੌਖਾ ਨਹੀਂ ਹੈ। ਵੈਂਡੀ ਨੇ ਆਪਣੇ ਭਰਾ ਨੂੰ ਜਗਾਇਆ। ਉਹਨਾਂ ਨੇ ਪੀਟਰ ਪੈਨ ਤੇ ਟਿੰਕਰ ਬੈਲ ਨੂੰ ਹੈਰਾਨ ਹੋ ਕੇ ਵੇਖਿਆ। ਅੱਛਾ, ਤਾਂ ਤੂੰ ਆਉਣ ਦੇ ਲਈ ਤਿਆਰ ਹੈ? ਟਿੰਕਰ ਬੈਲ ਨੇ ਪਰਾਂ ਤੋਂ ਧੂੜ ਝਟਕੀ ਤੇ ਬੰਦ ਕਰ ਲਏ ਤੇ ਉਹ ਹਵਾ ਵਿੱਚ ਤੈਰ ਗਏ। ਸਭ ਨੇ ਇਕੱਠਿਆਂ ਹੀ ਘਰ ਛੱਡਿਆ। ਲੰਮੇ ਸਫ਼ਰ ਤੋਂ ਬਾਅਦ ਉਹ ਨੈਵਰਲੈਂਡ ਪਹੁੰਚੇ ਅਤੇ ਉੱਥੇ ਉਹਨਾਂ ਨੂੰ ਮਿਲੇ ਜਲ ਪਰੀਆਂ, ਜੰਗਲੀ ਜਾਨਵਰ, ਇੰਡੀਅਨ ਸਮੁੰਦਰੀ ਡਾਕੂ ਤੇ ਗਵਾਚੇ ਹੋਏ ਮੁੰਡੇ ਵੀ ਉੱਥੇ ਸੀ। ਉਹਨਾਂ ਸਭ ਵਿੱਚੋਂ ਸਭ ਤੋਂ ਖਤਰਨਾਕ ਸੀ ਕੈਪਟਨ ਹੁੱਕ। ਕੈਪਟਨ ਹੁੱਕ ਪੀਟਰ ਪੈਨ ਦਾ ਦੁਸ਼ਮਣ ਸੀ। ਇਸ ਦੀ ਵਜ੍ਹਾ ਇਹ ਸੀ ਕਿ ਇੱਕ ਵਾਰ ਜਦੋਂ ਉਹ ਲੜ ਰਹੇ ਸੀ, ਪੀਟਰ ਨੇ ਉਹਦਾ ਹੱਥ ਕੱਟਿਆ ਸੀ ਅਤੇ ਇੱਕ ਵੱਡੇ ਮਗਰਮੱਛ ਨੇ ਉਹ ਖਾ ਲਿਆ ਸੀ। ਉਹਦੇ ਹੱਥ ਦੇ ਨਾਲ ਉਹਨੇ ਉਹਦੀ ਘੜੀ ਵੀ ਨਿਗਲ ਲਈ ਸੀ ਤੇ ਇਸ ਲਈ ਮਗਰਮੱਛ ਹਮੇਸ਼ਾ ਟਿਕ ਟਾਕ ਆਵਾਜ਼ਾਂ ਕਰਦਾ ਸੀ। ਇਸ ਕਰਕੇ ਕੈਪਟਨ ਹੁੱਕ ਨੂੰ ਹਮੇਸ਼ਾ ਪਤਾ ਚੱਲ ਜਾਂਦਾ ਸੀ ਕਿ ਮਗਰਮੱਛ ਨੇੜੇ ਹੀ ਹੈ, ਉਹਦੀ ਟਿਕ ਟਾਕ ਆਵਾਜ਼ ਦੀ ਵਜ੍ਹਾ ਕਰਕੇ। ਡੈਕ ਤੇ ਆਪਣੀ ਦੂਰਬੀਨ ਤੋਂ ਚਾਰੋਂ ਪਾਸੇ ਵੇਖਦੇ ਹੋਏ ਕਪਤਾਨ ਨੂੰ ਸਾਹਮਣੇ ਦੀ ਪਹਾੜੀ ਤੇ ਪੀਟਰ ਪੈਨ ਬੱਚਿਆਂ ਦੇ ਨਾਲ ਨਜ਼ਰ ਆਇਆ। ਉਹਨੇ ਉਸੇ ਵੇਲੇ ਆਦਮੀਆਂ ਨੂੰ ਤੋਪਾਂ ਵਿੱਚੋਂ ਅੱਗ ਵਰਸਾਉਣ ਦਾ ਹੁਕਮ ਦਿੱਤਾ। ਪੀਟਰ ਪੈਨ ਤੇ ਬੱਚਿਆਂ ਨੂੰ ਤੋਪਾਂ ਤੋਂ ਦੂਰ ਲੈ ਜਾਣਾ ਬਹੁਤ ਔਖਾ ਸੀ। ਟਿੰਕਰ ਬੈਲ, ਤੂੰ ਬੱਚਿਆਂ ਨੂੰ ਸੁਰੱਖਿਅਤ ਥਾਂ ਤੇ ਲੈ ਜਾ। ਮੈਂ ਹੁੱਕ ਨਾਲ ਨਿਪਟਦਾ। ਟਿੰਕਰ ਬੈਲ ਨੂੰ ਵੈਂਡੀ ਤੋਂ ਬਹੁਤ ਜਲਨ ਹੁੰਦੀ ਸੀ, ਇਸ ਕਰਕੇ ਉਹ ਉਹਨੂੰ ਪੀਟਰ ਪੈਨ ਤੋਂ ਦੂਰ ਰੱਖਣਾ ਚਾਹੁੰਦੀ ਸੀ। ਕੁਝ ਬਹਾਨਾ ਬਣਾ ਕੇ ਉਹ ਵੈਂਡੀ ਨੂੰ ਉੱਥੇ ਹੀ ਪਹਾੜੀ ਤੇ ਛੱਡ ਕੇ ਜੇਨ ਤੇ ਮਾਈਕਲ ਨੂੰ ਸਮੁੰਦਰ ਤੱਟ ਤੇ ਇੱਕ ਸੁਰੱਖਿਅਤ ਥਾਂ ਤੇ ਲੈ ਆਈ। ਟਾਪੂ ਤੇ ਰਹਿਣ ਵਾਲੇ ਇੱਕ ਗਵਾਚੇ ਹੋਏ ਮੁੰਡੇ ਨੇ ਵੈਂਡੀ ਨੂੰ ਦੂਰ ਤੋਂ ਵੇਖਿਆ। ਉਸ ਵੇਲੇ ਪੀਟਰ ਪੈਨ ਕੈਪਟਨ ਹੁੱਕ ਨਾਲ ਲੜ ਰਿਹਾ ਸੀ, ਪਰ ਅਚਾਨਕ ਉਹਦੀ ਬਾਂਹ ਖਾਣ ਵਾਲੇ ਮਗਰਮੱਛ ਨੂੰ ਸਾਹਮਣੇ ਵੇਖ ਕੇ ਡਰ ਦੇ ਮਾਰੇ ਹੁੱਕ ਭੱਜ ਗਿਆ। ਜਦੋਂ ਪੀਟਰ ਪੈਨ ਵਾਪਸ ਆ ਰਿਹਾ ਸੀ ਤਾਂ ਉਹਨੇ ਵੈਂਡੀ ਨੂੰ ਚੱਟਾਨ ਤੇ ਜ਼ਖਮੀ ਪਏ ਹੋਏ ਵੇਖਿਆ। ਇਹ ਵੇਖ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਗਵਾਚੇ ਹੋਏ ਮੁੰਡਿਆਂ ਨੂੰ ਅਫਸੋਸ ਹੋ ਰਿਹਾ ਸੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਵੈਂਡੀ ਦੁਸ਼ਮਣ ਨਹੀਂ, ਸਗੋਂ ਪੀਟਰ ਦੀ ਦੋਸਤ ਹੈ। ਮੈਂ ਬੱਚਿਆਂ ਨੂੰ ਤੇਰੇ ਸਹਾਰੇ ਛੱਡਿਆ ਸੀ। ਟਿੰਕਰ ਬੈਲ ਨੂੰ ਵੀ ਬਹੁਤ ਦੁੱਖ ਹੋਇਆ। ਮੈਨੂੰ ਮਾਫ ਕਰ ਦੇ ਪੀਟਰ, ਦੁਬਾਰਾ ਏਦਾਂ ਕਦੇ ਨਹੀਂ ਹੋਵੇਗਾ, ਮੈਂ ਵਾਅਦਾ ਕਰਦੀ ਹਾਂ।
ਗਵਾਚੇ ਹੋਏ ਬੱਚਿਆਂ ਨੇ ਵੈਂਡੀ ਤੇ ਉਹਦੇ ਭਰਾ ਦੇ ਲਈ ਇੱਕ ਸੋਹਣਾ ਜਿਹਾ ਘਰ ਬਣਾਇਆ। ਰਾਤ ਨੂੰ ਉਹ ਸਾਰੇ ਪੇੜਾਂ ਦੇ ਥੱਲੇ ਘਰ ਵਿੱਚ ਸੌਂਦੇ ਤੇ ਵੈਂਡੀ ਦੀ ਕਹਾਣੀਆਂ ਨੂੰ ਸੁਣਦੇ ਸੀ ਤੇ ਪੀਟਰ ਘਰ ਦੇ ਬਾਹਰ ਨਿਗਰਾਨੀ ਕਰਦਾ ਸੀ। ਇੱਕ ਦਿਨ ਜਦੋਂ ਉਹ ਚੱਟਾਨ ਤੇ ਆਰਾਮ ਕਰ ਰਹੇ ਸੀ ਤਾਂ ਉਹਨਾਂ ਨੇ ਸਮੁੰਦਰੀ ਡਾਕੂਆਂ ਨੂੰ ਆਉਂਦੇ ਹੋਏ ਵੇਖਿਆ। ਸਮੁੰਦਰੀ ਡਾਕੂਆਂ ਨੇ ਭਾਰਤੀ ਪ੍ਰਮੁੱਖ ਦੀ ਬੇਟੀ ਨੂੰ ਬੰਦਕ ਬਣਾ ਲਿਆ ਸੀ। ਪੀਟਰ ਪੈਨ ਤੇ ਮੁੰਡੇ ਪ੍ਰਮੁੱਖ ਦੀ ਬੇਟੀ ਨੂੰ ਬਚਾਉਣ ਵਾਸਤੇ ਗਏ। ਉਹਨਾਂ ਦੇ ਤੇ ਸਮੁੰਦਰੀ ਡਾਕੂਆਂ ਦੇ ਵਿਚਕਾਰ ਲੜਾਈ ਹੋਈ। ਆਖਰ ਵਿੱਚ ਉਹਨਾਂ ਨੇ ਬੇਟੀ ਨੂੰ ਬਚਾ ਲਿਆ ਤੇ ਉਸ ਨੂੰ ਪ੍ਰਮੁੱਖ ਦੇ ਕੋਲ ਲੈ ਗਏ। ਉਸ ਦਿਨ ਤੋਂ ਬਾਅਦ ਇੰਡੀਅਨਸ ਪੀਟਰ ਪੈਨ ਤੇ ਗਵਾਚੇ ਹੋਏ ਮੁੰਡਿਆਂ ਦੇ ਬਹੁਤ ਚੰਗੇ ਦੋਸਤ ਬਣ ਗਏ। ਇੰਨਾ ਹੀ ਨਹੀਂ, ਮੁੱਖ ਮੰਤਰੀ ਨੇ ਮੁੰਡਿਆਂ ਦੀ ਹਿਫਾਜ਼ਤ ਦੇ ਲਈ ਆਪਣੇ 2 ਵਧੀਆ ਬੰਦਿਆਂ ਨੂੰ ਪੀਟਰ ਪੈਨ ਦੇ ਨਾਲ ਰਹਿਣ ਦਾ ਹੁਕਮ ਦਿੱਤਾ। ਬੇਸ਼ੱਕ ਕੈਪਟਨ ਹੁੱਕ ਇਸ ਬਾਰੇ ਵਿੱਚ ਨਾਰਾਜ਼ ਸਨ। ਇੱਕ ਦਿਨ ਮੈਂ ਤੈਨੂੰ ਹਰਾਵਾਂਗਾ ਪੀਟਰ ਪੈਨ, ਤੇ ਤੂੰ ਮੇਰੇ ਤੋਂ ਬਚ ਨਹੀਂ ਸਕੇਗਾ। ਇੱਕ ਰਾਤ ਜਦੋਂ ਵੈਂਡੀ ਆਪਣੇ ਪਰਿਵਾਰ ਦੀ ਕਹਾਣੀ ਦੱਸ ਰਹੀ ਸੀ ਤਾਂ ਪੀਟਰ ਨੂੰ ਅਹਿਸਾਸ ਹੋਇਆ ਕਿ ਉਹ ਤੇ ਉਹਦੇ ਭਰਾ ਪਰਿਵਾਰ ਨੂੰ ਕਿੰਨਾ ਯਾਦ ਕਰ ਰਹੇ ਨੇ। ਇਸ ਕਰਕੇ ਉਹਨੇ ਕਿਹਾ ਕਿ ਜੇ ਉਹ ਚਾਹੁੰਦੇ ਨੇ ਤਾਂ ਵਾਪਸ ਜਾ ਸਕਦੇ ਨੇ, ਪਰ ਉਹ ਰਹਿਣਾ ਚਾਹੁੰਦੇ ਸੀ। ਜਦ ਉਹ ਲੰਮੇ ਸਫ਼ਰ ਦੇ ਲਈ ਪੈਕਿੰਗ ਕਰ ਰਹੇ ਸੀ ਤਾਂ ਸਮੁੰਦਰੀ ਡਾਕੂਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਭਾਰਤੀਆਂ ਦੇ ਲਈ ਜਾਲ ਫੈਲਾ ਕੇ ਉਹਨਾਂ ਨੂੰ ਪਕੜਨ ਤੋਂ ਬਾਅਦ ਸਮੁੰਦਰੀ ਡਾਕੂਆਂ ਨੇ ਮੁੰਡਿਆਂ ਨੂੰ ਫੜ ਲਿਆ। ਪੀਟਰ ਪੈਨ ਘਰ ਵਿੱਚ ਸੌਂ ਰਿਹਾ ਸੀ ਤੇ ਮੁੰਡਿਆਂ ਦੇ ਨਾਲ ਕੀ ਹੋਇਆ ਇਸ ਗੱਲ ਤੋਂ ਅਣਜਾਣ ਸੀ। ਕੈਪਟਨ ਹੁੱਕ ਨੇ ਉਹਨੂੰ ਸੌਂਦੇ ਹੋਏ ਵੇਖ ਲਿਆ ਸੀ, ਪਰ ਉਹ ਪੀਟਰ ਪੈਨ ਦੇ ਘਰ ਦਾ ਦਰਵਾਜ਼ਾ ਖੋਲ ਨਹੀਂ ਸਕੇ। ਫਿਰ ਵੀ ਉਹਨਾਂ ਨੇ ਆਪਣੇ ਨਾਲ ਲਿਆਇਆ ਹੋਇਆ ਜ਼ਹਿਰ ਦਰਵਾਜ਼ੇ ਦੇ ਥੱਲੇ ਦੀ ਬੋਤਲਾਂ ਵਿੱਚ ਭਰ ਦਿੱਤਾ, ਜਿਸ ਕਰਕੇ ਪੀਟਰ ਦੇਰ ਤੱਕ ਸੌਂਦਾ ਰਿਹਾ। ਪੀਟਰ ਪੈਨ ਪੂਰਾ ਦਿਨ ਸੁੱਤਾ ਰਿਹਾ ਤੇ ਜਦੋਂ ਉਹ ਉੱਠਿਆ ਟਿੰਕਰ ਬੈਲ ਅੰਦਰ ਆਈ। ਜੋ ਕੁਝ ਵੀ ਮੁੰਡਿਆਂ ਦੇ ਨਾਲ ਹੋਇਆ ਇਹ ਦੱਸਣ ਤੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਤੁਰ ਪਏ। ਜਦੋਂ ਸਮੁੰਦਰੀ ਡਾਕੂਆਂ ਦੇ ਮੁੱਖ ਆਫਿਸ ਹੈਪੀ ਰੌਕ ਤੇ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਪਹਿਰੇਦਾਰੀ ਤੇ ਕੋਈ ਸਮੁੰਦਰੀ ਡਾਕੂ ਨਹੀਂ ਸੀ। ਜਦੋਂ ਚੱਟਾਨ ਦੇ ਦੂਜੇ ਪਾਸੇ ਗਏ ਤਾਂ ਉੱਥੇ ਦਾ ਨਜ਼ਾਰਾ ਵੇਖ ਕੇ ਹੈਰਾਨ ਰਹਿ ਗਏ। ਵੈਂਡੀ, ਜੇਨ, ਮਾਈਕਲ ਤੇ ਗਵਾਚੇ ਹੋਏ ਮੁੰਡੇ ਸਾਰੇ ਖੰਭਿਆਂ ਨਾਲ ਬੰਨੇ ਹੋਏ ਸੀ ਤੇ ਕੈਪਟਨ ਹੁੱਕ ਹੱਥ ਵਿੱਚ ਜਲਦੀ ਹੋਈ ਮਸ਼ਾਲ ਫੜੀ ਖੜਾ ਸੀ। ਤੁਹਾਡੀ ਆਖਰੀ ਇੱਛਾ ਕੀ ਹੈ? ਵੈਂਡੀ, ਜੋ ਸਭ ਤੋਂ ਵੱਡੀ ਸੀ, ਉਹਨੇ ਬੋਲਣਾ ਸ਼ੁਰੂ ਕੀਤਾ। ਪਿਆਰੇ ਦੋਸਤੋ, ਮੇਰੇ ਆਖਰੀ ਸ਼ਬਦ ਉਹ ਹੋਣਗੇ ਜੋ ਤੁਹਾਡੀ ਮਾਂ ਨੇ ਦੱਸੇ ਹੋਣਗੇ। ਜੇ ਅੱਜ ਉਹ ਇੱਥੇ ਹੁੰਦੀ ਤਾਂ ਕਹਿੰਦੀ ਕਿ ਡਰਨ ਦੀ ਕੋਈ ਗੱਲ ਨਹੀਂ ਤੇ ਨਿਡਰਤਾ ਨਾਲ ਆਪਣੀ ਮੌਤ ਦਾ ਸਾਹਮਣਾ ਕਰੋ। ਹਿੰਮਤ ਵਾਲੇ ਬਣੋ, ਦਿਆਲੁਤਾ ਹਮੇਸ਼ਾ ਜਿੱਤਦੀ ਹੈ। ਵੈਂਡੀ ਦੇ ਬੋਲ ਸੁਣ ਕੇ ਕੈਪਟਨ ਹੁੱਕ ਨੂੰ ਬੜਾ ਗੁੱਸਾ ਆਇਆ। ਉਹ ਉਹਨੂੰ ਕਿਸ਼ਤੀ ਤੇ ਲੈ ਆਇਆ ਤੇ ਇੱਕ ਵੱਡੇ ਖੰਭੇ ਨਾਲ ਬੰਨ੍ਹ ਦਿੱਤਾ। ਇਸੇ ਵੇਲੇ ਪੀਟਰ ਪੈਨ ਤੇ ਟਿੰਕਰ ਬੈਲ ਮੁੰਡਿਆਂ ਨੂੰ ਬਚਾਉਣ ਵਾਸਤੇ ਉੱਥੇ ਆ ਪਹੁੰਚੇ। ਇਸੇ ਵੇਲੇ ਭਾਰਤੀ ਤੇ ਉਹਨਾਂ ਦੇ ਪ੍ਰਮੁੱਖ ਵੀ ਉੱਥੇ ਮਦਦ ਦੇ ਲਈ ਆ ਪਹੁੰਚੇ। ਇਸ ਨਾਲ ਪੀਟਰ ਪੈਨ ਬਹੁਤ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਮਦਦ ਨਾਲ ਉਹਨਾਂ ਨੇ ਮੁੰਡਿਆਂ ਨੂੰ ਬਚਾ ਲਿਆ। ਹੁਣ ਵੈਂਡੀ ਨੂੰ ਛੁਡਾਉਣ ਦਾ ਸਮਾਂ ਸੀ। ਪੀਟਰ ਪੈਨ ਤੇ ਮੁੰਡੇ ਕੈਪਟਨ ਹੁੱਕ ਦੇ ਜਹਾਜ਼ ਤੇ ਪਹੁੰਚੇ, ਜਿੱਥੇ ਕੁਝ ਸਮੁੰਦਰੀ ਡਾਕੂ ਬਚੇ ਹੋਏ ਸੀ। ਤੇ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹਨਾਂ ਦੀ ਸ਼ਾਮਤ ਆ ਗਈ ਹੈ, ਉਹ ਜਹਾਜ਼ ਤੋਂ ਕੁੱਦ ਗਏ। ਹੁੱਕ, ਛੁਪਣ ਦੇ ਲਈ ਕੋਈ ਥਾਂ ਨਹੀਂ ਹੈ, ਸਮਰਪਣ ਕਰ ਦੇ। ਪੀਟਰ ਪੈਨ ਤੇ ਮੁੰਡਿਆਂ ਨੇ ਕੈਪਟਨ ਹੁੱਕ ਵੱਲ ਵਧਣਾ ਸ਼ੁਰੂ ਕੀਤਾ ਤਾਂ ਜੋ ਪਿੱਛੇ ਵੱਲ ਚੱਲ ਸਕੇ। ਤੇ ਅਚਾਨਕ ਉਸਨੇ ਇੱਕ ਆਵਾਜ਼ ਸੁਣੀ, ਉਹ ਆਵਾਜ਼ ਜਿਸ ਦਾ ਉਹਨੂੰ ਸਭ ਤੋਂ ਜ਼ਿਆਦਾ ਡਰ ਸੀ। ਡਰ ਦੇ ਮਾਰੇ ਕੈਪਟਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਮਗਰਮੱਛ ਉਹਦਾ ਪਾਣੀ ਵਿੱਚ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਸੀ। ਬਚਾਓ! ਪਲਕ ਝਪਕਦੇ ਹੀ ਉਹ ਕਿਸ਼ਤੀ ਦੇ ਦੂਜੇ ਪਾਸੇ ਭੱਜਿਆ ਤੇ ਪਾਣੀ ਵਿੱਚ ਕੁੱਦ ਗਿਆ ਤੇ ਜਿੰਨਾ ਛੇਤੀ ਹੋ ਸਕਦਾ ਸੀ ਤੈਰਨ ਲੱਗਿਆ। ਪੀਟਰ ਤੇ ਮੁੰਡੇ ਹੱਸਣ ਲੱਗ ਪਏ। ਉਸ ਪਲ ਤੋਂ ਹੁੱਕ ਦਾ ਜਹਾਜ਼ ਮੁੰਡਿਆਂ ਦਾ ਸੀ ਤੇ ਉਹਨਾਂ ਦਾ ਕਪਤਾਨ ਪੀਟਰ ਪੈਨ ਸੀ। ਅਸੀਂ ਤੁਹਾਡੇ ਹੁਕਮ ਦੇ ਲਈ ਤਿਆਰ ਹਾਂ ਕੈਪਟਨ ਪੀਟਰ। ਚਲੋ ਚੱਲਦੇ ਹਾਂ।
ਮੁੰਡਿਆਂ ਨੇ ਰੱਸੀਆਂ ਨੂੰ ਉਤਾਰ ਦਿੱਤਾ ਤੇ ਪਾਲੀਆਂ ਆਪਣੀ ਪੂਰੀ ਤਾਕਤ ਨਾਲ ਉੱਠੀਆਂ। ਟਿੰਕਰਬੈਲ, ਚਲੋ ਉੜਦੇ ਹਾਂ ਡਾਰਲਿੰਗ ਪਰਿਵਾਰ ਘਰ ਦੇ ਵੱਲ। ਬੱਚੇ ਇਹ ਸੁਣ ਕੇ ਬਹੁਤ ਖੁਸ਼ ਹੋਏ। ਵੈਂਡੀ, ਜੈਨ, ਮਾਈਕਲ ਆਪਣੇ ਮਾਪਿਓ ਦੇ ਕੋਲ ਜਾ ਰਹੇ ਸੀ, ਜਿਨ੍ਹਾਂ ਨੂੰ ਉਹ ਬਹੁਤ ਯਾਦ ਕਰ ਰਹੇ ਸੀ। ਜਦੋਂ ਟਿੰਕਰਬੈਲ ਨੇ ਪਰਾਂ ਤੋਂ ਧੂੜ ਝਟਕੀ ਤਾਂ ਅਚਾਨਕ ਜਹਾਜ਼ ਹਵਾਈ ਜਹਾਜ਼ ਬਣ ਗਿਆ ਤੇ ਆਕਾਸ਼ ਵਿੱਚ ਉੱਡਣ ਲੱਗਾ। ਵੈਂਡੀ ਘਰ ਜਾਣ ਦੇ ਲਈ ਤੇ ਉਹਨਾਂ ਨੂੰ ਪੀਟਰ ਪੈਨ, ਟਿੰਕਰਬੈਲ ਤੇ ਨੈਵਰਲੈਂਡ ਦੇ ਬਾਰੇ ਵਿੱਚ ਦੱਸਣ ਲਈ ਬੇਤਾਬ ਸੀ। ਉਸ ਦਿਨ ਤੋਂ ਨੈਵਰਲੈਂਡ ਉਹਨਾਂ ਦਾ ਦੂਜਾ ਘਰ ਸੀ ਤੇ ਪੀਟਰ ਪੈਨ ਉਹਨਾਂ ਦਾ ਸਭ ਤੋਂ ਚੰਗਾ ਦੋਸਤ। ਕਈ ਸਾਲ ਪਹਿਲਾਂ ਇੱਕ ਛੋਟੇ ਜਿਹੇ ਸ਼ਹਿਰ 'ਚ ਇੱਕ ਖਿਲੌਣਿਆਂ ਵਾਲਾ ਰਹਿੰਦਾ ਸੀ, ਜਿਹਦਾ ਨਾਮ ਜਪੇਟੋ ਸੀ। ਉਹ ਲੱਕੜੀ ਦੇ ਖਿਲੌਣੇ ਬਣਾ ਕੇ ਵੇਚਦਾ ਸੀ। ਉਹਨੂੰ ਜ਼ਿੰਦਗੀ ਵਿੱਚ ਇੱਕੋ ਦੁੱਖ ਸੀ ਕਿ ਉਹਦਾ ਕੋਈ ਜਵਾਕ ਨਹੀਂ ਸੀ। ਇੱਕ ਦਿਨ ਜੰਗਲ 'ਚ ਉਹਨੂੰ ਇੱਕ ਪੇੜ ਦਾ ਤਣਾ ਮਿਲਿਆ, ਜਿਹੜਾ ਖਿਲੌਣੇ ਬਣਾਉਣ ਵਾਸਤੇ ਚੰਗਾ ਸੀ। ਬਿਲਕੁਲ ਸਹੀ ਹੈ ਇਹ ਲੱਕੜੀ। ਮੈਂ ਇਹਦੇ ਨਾਲ ਇੱਕ ਪਿਆਰਾ ਜਿਹਾ ਪੁਤਲਾ ਬਣਾਵਾਂਗਾ। ਜਪੇਟੋ ਉਹ ਲੱਕੜੀ ਲੈ ਕੇ ਆਪਣੀ ਵਰਕਸ਼ਾਪ ਵੱਲ ਨੂੰ ਤੁਰ ਪਿਆ। ਉਹਨੂੰ ਟੇਬਲ ਉੱਤੇ ਰੱਖ ਕੇ ਉਹਨੇ ਉਹਦੇ ਨਾਲ ਪੁਤਲਾ ਬਣਾਉਣਾ ਸ਼ੁਰੂ ਕੀਤਾ। ਅਚਾਨਕ ਤੋਂ ਕੁਝ ਅਜੀਬ ਹੋਇਆ। ਇੱਕ ਆਵਾਜ਼ ਆਈ ਉਸ ਲੱਕੜੀ ਵਿੱਚੋਂ। ਪਹਿਲਾਂ ਤਾਂ ਜਪੇਟੋ ਚੌਂਕ ਗਿਆ, ਪਰ ਫਿਰ ਉਹਨੂੰ ਲੱਗਿਆ ਕਿ ਉਹਨੇ ਗਲਤ ਸੁਣਿਆ ਤੇ ਉਹਨੇ ਪੁਤਲਾ ਬਣਾਉਣਾ ਚਾਲੂ ਰੱਖਿਆ। ਤੇ ਫਿਰ ਉਹੀ ਆਵਾਜ਼ ਵਾਪਸ ਆਈ। लगता है मैं सठिया गया। मेरे कान बजन लग पे ने। ਜਪੇਟੋ ਨੇ ਆਪਣਾ ਕੰਮ ਚਾਲੂ ਰੱਖਿਆ। ਸਭ ਤੋਂ ਪਹਿਲਾਂ ਪੁਤਲੇ ਦਾ ਚਿਹਰਾ ਬਣਿਆ, ਫਿਰ ਉਹਦੇ ਹੱਥ ਤੇ ਪੈਰ। ਜਪੇਟੋ ਦਾ ਪੁਤਲਾ ਪੂਰਾ ਬਣ ਗਿਆ। ਉਹਨੂੰ ਕੁਰਸੀ ਤੇ ਰੱਖ ਕੇ ਉਹਨੇ ਸਫਾਈ ਕੀਤੀ। ਉਸੇ ਵੇਲੇ ਉਹਨੂੰ ਇੱਕ ਆਵਾਜ਼ ਆਈ, ਹੈਲੋ। ਜਪੇਟੋ ਨੇ ਆਲੇ ਦੁਆਲੇ ਵੇਖਿਆ, ਪਰ ਉਹਨੂੰ ਪੁਤਲੇ ਤੋਂ ਬਗੈਰ ਹੋਰ ਕੋਈ ਨਹੀਂ ਦਿਸਿਆ ਤੇ ਉਹਨੇ ਆਪਣਾ ਕੰਮ ਚਾਲੂ ਰੱਖਿਆ। ਥੋੜੇ ਚਿਰਾਂ ਬਾਅਦ ਪੁਤਲੇ ਨੇ ਕੁਰਸੀ ਤੋਂ ਥੱਲੇ ਛਾਲ ਮਾਰੀ ਤੇ ਉਹ ਨੱਚਣ ਲੱਗ ਪਿਆ। ਇਹ ਵੇਖ ਕੇ ਜਪੇਟੋ ਦਾ ਸਿਰ ਚੱਕਰ ਖਾਣ ਲੱਗ ਪਿਆ। अरे बाप रे, इस पुतले इसका जान है। ਜਪੇਟੋ ਨੇ ਉਹਨੂੰ ਚੁੱਕਿਆ। हुन तो तेरा नाम पिनोकियो है बच्चे। ਜਪੇਟੋ ਤੇ ਪਿਨੋਕਿਓ ਖੁਸ਼ੀ-ਖੁਸ਼ੀ ਰਹਿਣ ਲੱਗੇ। ਪਿਨੋਕਿਓ ਦੇ ਸਕੂਲ ਜਾਣ ਦਾ ਸਮਾਂ ਹੋ ਗਿਆ ਸੀ, ਪਰ ਜਪੇਟੋ ਕੋਲ ਉਹਦੀ ਸਟੇਸ਼ਨਰੀ ਵਾਸਤੇ ਪੈਸੇ ਨਹੀਂ ਸੀ। ਇਸ ਕਰਕੇ ਜਪੇਟੋ ਨੇ ਆਪਣਾ ਕੋਟ ਵੇਚ ਕੇ ਉਹਦੇ ਪੈਸੇ ਪਿਨੋਕਿਓ ਨੂੰ ਦੇ ਦਿੱਤੇ। ਪਿਨੋਕਿਓ ਉਹਨਾਂ ਪੈਸਿਆਂ ਨਾਲ ਸਕੂਲ ਵੱਲ ਤੁਰ ਪਿਆ। ਰਸਤੇ ਵਿੱਚ ਸਾਰੀਆਂ ਦੁਕਾਨਾਂ ਤੇ ਲੋਕਾਂ ਨੂੰ ਤੱਕਦਾ ਹੋਇਆ। ਅਚਾਨਕ ਉਹਨੂੰ ਸਾਹਮਣੇ ਇੱਕ ਥਾਂ ਤੇ ਖਲਬਲੀ ਜਿਹੀ ਦਿਸੀ। ਕੀ ਹੋ ਰਿਹਾ ਹੈ ਜਾਣਨ ਵਾਸਤੇ ਉਹ ਭੀੜ ਦੇ ਵਿੱਚ ਚਲਾ ਗਿਆ ਤੇ ਆਸਾਨੀ ਨਾਲ ਦੂਜੇ ਪਾਰ ਪਹੁੰਚ ਗਿਆ। ਨਿੱਕਾ ਜਿਹਾ ਸੀ ਨਾ, ਉਸ ਪਾਰ ਸੀ ਇੱਕ ਰੰਗ ਬਿਰੰਗਾ ਵੱਡਾ ਸਾਰਾ ਟੈਂਟ, ਸਰਕਸ ਟੈਂਟ। ਉੱਥੇ ਇੱਕ ਜੋਕਰ ਟਿਕਟ ਲੈਣ ਲਈ ਲੋਕਾਂ ਨੂੰ ਸੱਦਾ ਦੇ ਰਿਹਾ ਸੀ। ਪਿਨੋਕਿਓ ਨੂੰ ਵੇਖਣਾ ਸੀ ਕਿ ਅੰਦਰ ਹੈ ਕੀ, ਪਰ ਉਸ ਜੋਕਰ ਨੇ ਉਹਨੂੰ ਰੋਕ ਲਿਆ ਤੇ ਕਿਹਾ, बिन पैसे दिते अंदर नहीं जा सकता तू।
ਪਿਨੋਕੀਓ ਨੂੰ ਉਹਨਾਂ ਪੈਸਿਆਂ ਦਾ ਚੇਤਾ ਆਇਆ ਜਿਹੜੇ ਜਪੇਟੋ ਨੇ ਉਹਨੂੰ ਸਕੂਲ ਵਾਸਤੇ ਦਿੱਤੇ ਸੀ। ਪੈਸੇ ਹੈਗੇ ਮੇਰੇ ਕੋਲ। ਉਹਨੇ ਉਹ ਪੈਸੇ ਕੱਢੇ ਤੇ ਜੋਕਰ ਨੂੰ ਦੇ ਦਿੱਤੇ। ਟੈਂਟ ਦੇ ਅੰਦਰ ਬੜਾ ਮਜ਼ਾ ਆ ਰਿਹਾ ਸੀ। ਉਹਨੇ ਉੱਥੇ ਕੁਝ ਪੁਤਲੇ ਵੇਖੇ ਜਿਹੜੇ ਸਟੇਜ ਤੇ ਨੱਚ ਰਹੇ ਸੀ। ਵਾਓ, ਇਹ ਦੋਨੋਂ ਵੀ ਲੱਕੜੀ ਦੇ ਨੇ। ਪਿਨੋਕੀਓ ਵੀ ਸਟੇਜ ਤੇ ਚੜ੍ਹ ਕੇ ਉਹਨਾਂ ਨਾਲ ਨੱਚਣ ਲੱਗ ਪਿਆ, ਪਰ ਇਹ ਉੱਥੇ ਖਲੋਤੇ ਦਰਸ਼ਕਾਂ ਨੂੰ ਨਹੀਂ ਪਸੰਦ ਆਇਆ। ਸਰਕਸ ਦਾ ਮਾਲਿਕ ਜਿਹੜਾ ਉੱਪਰੋਂ ਪੁਤਲਿਆਂ ਨੂੰ ਡੋਰ ਨਾਲ ਨਚਾ ਰਿਹਾ ਸੀ ਬੜਾ ਖੁਸ਼ ਹੋਇਆ ਇੱਕ ਜਿੰਦਾ ਪੁਤਲਾ ਵੇਖ ਕੇ। ਬਿਨਾਂ ਡੋਰੀ ਦਾ ਪੁਤਲਾ, ਇਸ ਤੋਂ ਮੈਂ ਬਥੇਰਾ ਕਮਾਵਾਂਗਾ। ਸ਼ੋਅ ਦੇ ਖਤਮ ਹੁੰਦੇ ਹੀ ਉਹਨੇ ਪਿਨੋਕੀਓ ਨੂੰ ਫੜਿਆ ਅਤੇ ਉਹਨੂੰ ਬੰਦੀ ਬਣਾ ਲਿਆ। ਪਿਨੋਕੀਓ ਨੂੰ ਬੜਾ ਦੁੱਖ ਹੋਇਆ ਕਿ ਉਹਨੇ ਜਪੇਟੋ ਦੀ ਗੱਲ ਨਹੀਂ ਸੁਣੀ ਅਤੇ ਸਕੂਲ ਨਹੀਂ ਗਿਆ ਤੇ ਉਹ ਰੋਣ ਲੱਗ ਪਿਆ। ਪਿਨੋਕੀਓ ਨੂੰ ਇਸ ਤਰ੍ਹਾਂ ਅਫਸੋਸ ਕਰਦੇ ਹੋਏ ਵੇਖ ਇੱਕ ਫੇਰੀ ਉੱਥੇ ਆਈ। ਤੈਨੂੰ ਆਪਣੇ ਪਾਪਾ ਦੀ ਗੱਲ ਮੰਨਣੀ ਚਾਹੀਦੀ ਸੀ, ਪਰ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੈ, ਇਸ ਕਰਕੇ ਮੈਂ ਤੈਨੂੰ ਇੱਥੋਂ ਕੱਢੂੰਗੀ, ਪਰ ਉਹੀ ਗਲਤੀ ਫੇਰ ਨਾ ਕਰੀ। ਪਿਨੋਕੀਓ ਬਹੁਤ ਖੁਸ਼ ਸੀ। ਉਹਨੇ ਆਪਣੇ ਹੰਝੂ ਪੁੰਝੇ। ਪਰ ਹੁਣ ਮੇਰੇ ਕੋਲ ਕੋਈ ਪੈਸੇ ਨਹੀਂ ਹੈ, ਮੈਂ ਸਕੂਲ ਕਿਵੇਂ ਜਾਵਾਂਗਾ? ਫੈਰੀ ਨੇ ਜਾਦੂ ਕੀਤਾ ਤੇ ਪਿਨੋਕੀਓ ਤੇ ਹੱਥ 'ਚ ਪੈਸੇ ਆ ਗਏ। ਇਹਨਾਂ ਪੈਸਿਆਂ ਦਾ ਗਲਤ ਇਸਤੇਮਾਲ ਨਾ ਕਰੀ, ਹੁਣ ਸਿੱਧਾ ਸਕੂਲ ਜਾ। ਫੈਰੀ ਨੇ ਉਹਨੂੰ ਸਰਕਸ ਤੋਂ ਛੁਡਾ ਲਿਆ। ਖੁਸ਼ੀ ਨਾਲ ਝੁੰਮਦੇ ਗਾਉਂਦੇ ਪਿਨੋਕੀਓ ਸਕੂਲ ਵੱਲ ਤੁਰ ਪਿਆ। ਉਹਨੂੰ ਇਹਨਾਂ ਖੁਸ਼ ਵੇਖ ਕੇ ਚਲਾਕ ਲੋਮੜੀ ਤੇ ਉਹਦੀ ਦੋਸਤ ਬਾਵਲੀ ਬਿੱਲੀ ਉਹਦੇ ਰਸਤੇ ਵਿੱਚ ਆ ਗਏ ਤੇ ਉਸ ਤੋਂ ਪੈਸੇ ਠੱਗਣ ਦਾ ਪਲਾਨ ਬਣਾਇਆ। ਕਿੱਥੇ ਜਾ ਰਿਹਾ ਭਾਈ ਇੰਨਾ ਝੂਮਦੇ ਗੰਦੇ? ਮੈਂ ਆਪਣੇ ਲਈ ਸਟੇਸ਼ਨਰੀ ਖਰੀਦਣ ਜਾ ਰਿਹਾ ਹਾਂ। ਐਨੇ ਜਿਹੇ ਪੈਸਿਆਂ ਨਾਲ ਕੀ ਸਟੇਸ਼ਨਰੀ ਖਰੀਦ ਲਿਆਂਗਾ? ਮੈਂ ਤੈਨੂੰ ਬਹੁਤ ਜ਼ਿਆਦਾ ਪੈਸੇ ਦੇ ਸਕਦਾ। ਮੈਨੂੰ ਕੀ ਕਰਨਾ ਹੋਵੇਗਾ? ਸਾਨੂੰ ਇਹ ਪੈਸੇ ਦੇ ਦੇ, ਅਸੀਂ ਇਹਨੂੰ ਜਾਦੂ ਦੇ ਖੇਤ 'ਚ ਬੀਜ ਦਿਆਂਗੇ, ਫਿਰ ਤੁਹਾਡੇ ਕੋਲ ਆਪਣਾ ਧਨ ਵ੍ਰਿਕਸ਼ ਹੋਏਗਾ। ਜਦ ਵੀ ਜੀ ਕਰੇ ਜਾ ਕੇ ਉੱਥੋਂ ਪੈਸੇ ਤੋੜ ਲਿਆ ਕਰੀਂ। ਭੋਲੇ ਭਾਲੇ ਪਿਨੋਕੀਓ ਨੇ ਲੋਮੜੀ ਦੀ ਗੱਲ ਮੰਨ ਲਈ ਤੇ ਉਹਨੂੰ ਪੈਸੇ ਦੇ ਦਿੱਤੇ। ਪੈਸੇ ਲੈ ਕੇ ਲੋਮੜੀ ਤੇ ਬਿੱਲੀ ਉੜਨਛੂ ਹੋ ਗਏ। ਪਿਨੋਕੀਓ ਨੂੰ ਪਰੇਸ਼ਾਨ ਵੇਖ ਕੇ ਫੈਰੀ ਫੇਰ ਆਈ। ਤੂੰ ਹੱਲੇ ਤੱਕ ਸਕੂਲ ਨਹੀਂ ਪੁੱਜਿਆ? ਮੈਂ ਜਿਹੜੇ ਪੈਸੇ ਦਿੱਤੇ ਸੀ ਸਟੇਸ਼ਨਰੀ ਵਾਸਤੇ, ਉਹ ਕਿੱਥੇ ਨੇ? ਫੈਰੀ ਨੂੰ ਪਤਾ ਸੀ ਕਿ ਉਹਨੇ ਪੈਸੇ ਲੋਮੜੀ ਨੂੰ ਦੇ ਦਿੱਤੇ ਨੇ। ਉਹਨੇ ਪਿਨੋਕੀਓ ਨੂੰ ਕਿਹਾ, ਮੇਰੇ ਨਾਲ ਝੂਠ ਨਾ ਬੋਲੀ ਵਰਨਾ ਪਨਿਸ਼ ਕਰਾਂਗੀ ਮੈਂ। ਫੇਰ ਵੀ ਪਿਨੋਕੀਓ ਨੇ ਝੂਠ ਬੋਲਿਆ। ਮੈਂ ਸਟੇਸ਼ਨਰੀ ਖਰੀਦ ਲਈ ਪਰ ਸਕੂਲ ਵਿੱਚ ਰੱਖ ਦਿੱਤੀ। ਐਨਾ ਬੋਲਦੇ ਹੀ ਉਹਦੀ ਨੱਕ ਲੰਬੀ ਹੋਣ ਲੱਗੀ। ਕੀ ਤੂੰ ਸੱਚ ਕਹਿ ਰਿਹਾ ਹੈ? ਜਿਵੇਂ ਜਿਵੇਂ ਉਹ ਝੂਠ ਬੋਲਦਾ ਗਿਆ ਉਹਦੀ ਨੱਕ ਹੋਰ ਲੰਬੀ ਹੁੰਦੀ ਗਈ, ਐਨੀ ਲੰਬੀ ਕਿ ਸਿਰ ਹਿਲਾਣਾ ਮੁਸ਼ਕਿਲ ਹੋ ਗਿਆ ਸੀ। ਅਰੇ ਰੇ, ਇਹ ਕੀ ਹੋ ਰਿਹਾ ਹੈ? ਫਿਰ ਉਹਨੇ ਫੇਰੀ ਨੂੰ ਸੱਚ-ਸੱਚ ਸਭ ਦੱਸ ਦਿੱਤਾ ਕਿ ਕੀ ਹੋਇਆ ਸੀ। ਪਿਨੋਕੀਓ ਨੇ ਸੱਚਾਈ ਦਾ ਰਸਤਾ ਚੁਣਿਆ, ਇਸ ਕਰਕੇ ਫੇਰੀ ਨੇ ਉਹਦੀ ਨੱਕ ਠੀਕ ਕਰ ਦਿੱਤੀ। ਮੈਂ ਤੈਨੂੰ ਮਾਫ ਕੀਤਾ ਕਿਉਂਕਿ ਤੂੰ ਸੱਚ ਬੋਲਿਆ। ਜਾਦੂ ਨਾਲ ਉਹਨੇ ਉਹ ਪੈਸੇ ਪਿਨੋਕੀਓ ਨੂੰ ਦੇ ਦਿੱਤੇ ਜਿਹੜੇ ਲੋਮੜੀ ਨੇ ਉਹਦੇ ਤੋਂ ਲਿੱਤੇ ਸੀ ਤੇ ਉਹਨੂੰ ਸਮਝਾਇਆ ਕਿ ਪੈਸੇ ਬਰਬਾਦ ਨਾ ਕਰੀ। ਫਿਰ ਤੋਂ ਪੈਸਿਆਂ ਨੂੰ ਹੱਥ ਵਿੱਚ ਫੜੇ ਪਿਨੋਕੀਓ ਝੁੰਮਦੇ ਗਾਉਂਦੇ ਫੇਰ ਅੱਗੇ ਨੂੰ ਤੁਰ ਪਿਆ ਤੇ ਹੁਣ ਇੱਕ ਨਵੀਂ ਮੁਸੀਬਤ ਸਾਹਮਣੇ ਆਈ। ਸਰਕਸ ਦਾ ਮਾਲਿਕ ਜਿਨੇ ਉਹਨੂੰ ਬੰਦੀ ਬਣਾਇਆ ਸੀ ਉਹ ਉੱਥੇ ਹੀ ਖੜਾ ਸੀ। ਸਰਕਸ ਵਾਲਾ ਪਿਨੋਕੀਓ ਤੋਂ ਬਹੁਤ ਨਾਰਾਜ਼ ਸੀ ਕਿਉਂਕਿ ਉਹ ਉੱਥੋਂ ਭੱਜ ਗਿਆ ਸੀ। ਉਹ ਉਹਨੂੰ ਪਨਿਸ਼ ਕਰਨਾ ਚਾਹੁੰਦਾ ਸੀ। ਉਹਨੇ ਪਿਨੋਕੀਓ ਨੂੰ ਚੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ
ਪਿਨੋਕਿਓ ਸਮੁੰਦਰ ਵਿੱਚ ਡਿੱਗਿਆ ਤਾਂ ਸਹੀ, ਪਰ ਡੁੱਬਿਆ ਨਹੀਂ। ਉਹ ਉੱਤੇ ਹੀ ਰਿਹਾ, ਕਿਉਂਕਿ ਉਹ ਲੱਕੜੀ ਦਾ ਬਣਿਆ ਹੋਇਆ ਸੀ। ਉਹਨੂੰ ਉੱਤੇ ਰਹਿਣ ਵਿੱਚ ਬੜਾ ਮਜ਼ਾ ਆਇਆ ਤੇ ਉਹਨੇ ਹੱਥ ਪੈਰ ਮਾਰ ਕੇ ਤੈਰਨਾ ਸ਼ੁਰੂ ਕਰ ਦਿੱਤਾ ਤੇ ਉਹ ਹੌਲੀ-ਹੌਲੀ ਕੰਢੇ ਵੱਲ ਜਾਣ ਲੱਗਾ। ਓਏ, ਇਹ ਕੀ ਹੋਇਆ? ਕਿੱਥੇ ਹਾਂ ਮੈਂ? ਪਿਨੋਕਿਓ ਨੇ ਅਚਾਨਕ ਆਪਣੇ ਆਪ ਨੂੰ ਇੱਕ ਹਨੇਰੀ ਜਿਹੀ ਥਾਂ ਤੇ ਪਾਇਆ। ਆਲੇ ਦੁਆਲੇ ਕੁਝ ਨਜ਼ਰ ਨਹੀਂ ਆ ਰਿਹਾ ਸੀ। ਅਸਲ ਵਿੱਚ ਪਿਨੋਕਿਓ ਨੂੰ ਇੱਕ ਵੱਡੀ ਮੱਛੀ ਨੇ ਨਿਗਲ ਲਿਆ ਸੀ ਤੇ ਹੁਣ ਉਹ ਉਹਦੇ ਢਿੱਡ ਦੇ ਅੰਦਰ ਸੀ। ਦੂਜੇ ਪਾਸੇ ਜਪੇਟੋ ਪਿਨੋਕਿਓ ਦੀ ਚਿੰਤਾ ਕਰ ਰਿਹਾ ਸੀ ਤੇ ਉਹਨੂੰ ਲੱਭਣ ਬਾਹਰ ਨਿਕਲਿਆ। ਪਿਨੋਕਿਓ, ਪਿਨੋਕਿਓ। ਅਖੀਰ ਵਿੱਚ ਉਹ ਉੱਥੇ ਪਹੁੰਚ ਗਿਆ ਜਿੱਥੋਂ ਪਿਨੋਕਿਓ ਨੂੰ ਸਮੁੰਦਰ ਵਿੱਚ ਸੁੱਟਿਆ ਗਿਆ ਸੀ। ਉੱਥੇ ਮਛੁਆਰਿਆਂ ਤੋਂ ਪੁੱਛਿਆ ਕਿ ਮੇਰਾ ਪੁੱਤਰ ਦਿਸਿਆ ਕਿਤੇ ਤੁਹਾਨੂੰ? ਇੱਕ ਮਛੁਆਰੇ ਨੂੰ ਪਤਾ ਸੀ ਉਸ ਮੁੰਡੇ ਦੇ ਬਾਰੇ। ਉਹਨੇ ਕਿਹਾ ਕਿ ਉਹ ਸਮੁੰਦਰ ਵਿੱਚ ਡਿੱਗ ਗਿਆ ਸੀ। ਜਪੇਟੋ ਨੇ ਉਹਨਾਂ ਕੋਲੋਂ ਮਦਦ ਮੰਗੀ। ਉਹਨਾਂ ਨੂੰ ਪਤਾ ਸੀ ਕਿ ਜਪੇਟੋ ਇੱਕ ਚੰਗਾ ਬੰਦਾ ਹੈ। ਉਹ ਤਿਆਰ ਹੋ ਗਏ ਉਹਦੀ ਮਦਦ ਲਈ। ਜਪੇਟੋ ਨੂੰ ਉਹਨਾਂ ਨੇ ਇੱਕ ਨਿੱਕੀ ਕਿਸ਼ਤੀ ਦੇ ਦਿੱਤੀ ਪਿਨੋਕਿਓ ਨੂੰ ਬਚਾਉਣ ਵਾਸਤੇ। ਜਪੇਟੋ ਕਿਸ਼ਤੀ ਲੈ ਕੇ ਸਮੁੰਦਰ ਵਿੱਚ ਜਾਣ ਲੱਗ ਪਿਆ। ਥੋੜੀ ਦੇਰ ਬਾਅਦ ਇੱਕ ਭਿਅੰਕਰ ਤੂਫਾਨ ਆ ਗਿਆ। ਇਸ ਨਿੱਕੀ ਜਿਹੀ ਕਿਸ਼ਤੀ ਤੋਂ ਉਹਨਾਂ ਵੱਡੀਆਂ ਲਹਿਰਾਂ ਦਾ ਸਾਹਮਣਾ ਨਹੀਂ ਕੀਤਾ ਗਿਆ ਤੇ ਉਹ ਡੁੱਬ ਗਈ ਤੇ ਜਪੇਟੋ ਅਚਾਨਕ ਸਮੁੰਦਰ ਦੇ ਪਾਣੀ ਵਿੱਚ ਸੀ। ਜਪੇਟੋ ਦੀ ਉਮਰ ਕਾਫੀ ਜ਼ਿਆਦਾ ਸੀ ਤੇ ਉਹਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਉਹ ਡੂੰਘੇ ਸਮੁੰਦਰ ਵਿੱਚ ਡੁੱਬਣ ਲੱਗਿਆ। ਉਸੇ ਵੇਲੇ ਜਿਹੜੀ ਵੱਡੀ ਮੱਛੀ ਨੇ ਪਿਨੋਕਿਓ ਨੂੰ ਨਿਗਲ ਲਿਆ ਸੀ, ਉਹਨੇ ਹੀ ਜਪੇਟੋ ਨੂੰ ਵੀ ਨਿਗਲ ਲਿਆ। ਜਪੇਟੋ ਉਹਦੇ ਗਲੇ ਵਿੱਚੋਂ ਉਤਰ ਕੇ ਸਿੱਧਾ ਢਿੱਡ ਵਿੱਚ ਡਿੱਗਿਆ ਤੇ ਉਹਨੂੰ ਇੱਕ ਜਵਾਕ ਦੇ ਰੋਣ ਦੀ ਆਵਾਜ਼ ਆਈ। ਉਹਨੇ ਇਹ ਆਵਾਜ਼ ਇੱਕਦਮ ਪਛਾਣ ਲਈ। पिनोकियो, मेरे बच्चे, तू मिल गया आखिर। कितना परेशान सी मैं। ਆਪਣੇ ਪਾਪਾ ਦੀ ਆਵਾਜ਼ ਸੁਣ ਕੇ ਪਿਨੋਕਿਓ ਰੋਂਦੇ ਹੋਏ ਉਹਨਾਂ ਨੂੰ ਗਲੇ ਮਿਲਿਆ। ਸੌਰੀ ਪਾਪਾ, ਮੈਂ ਤੁਹਾਡੀ ਗੱਲ ਨਹੀਂ ਮੰਨੀ। ਮੈਨੂੰ ਮਾਫ ਕਰ ਦਿਵੋ। ਹੁਣ ਤੋਂ ਮੈਂ ਹਮੇਸ਼ਾ ਤੁਹਾਡੀ ਗੱਲ ਮੰਨਾਂਗਾ। ਇਹ ਵੇਖ ਕੇ ਕਿ ਇਸ ਬਾਰੇ ਪਿਨੋਕਿਓ ਸੱਚੀ ਹੀ ਭੈੜਾ ਮਹਿਸੂਸ ਕਰ ਰਿਹਾ ਸੀ, ਫੈਰੀ ਨੇ ਉਹਨਾਂ ਦੋਨਾਂ ਨੂੰ ਬਚਾਉਣ ਦੀ ਸੋਚੀ। ਫੈਰੀ ਨੇ ਉਹਨਾਂ ਨੂੰ ਮੱਛੀ ਦੇ ਢਿੱਡ ਵਿੱਚੋਂ ਕੱਢ ਕੇ ਕੰਢੇ ਤੇ ਪੁਜਾ ਦਿੱਤਾ। ਉਸ ਦਿਨ ਤੋਂ ਪਿਨੋਕਿਓ ਬੜਾ ਸਿਆਣਾ ਹੋ ਗਿਆ ਤੇ ਹਮੇਸ਼ਾ ਆਪਣੇ ਪਾਪਾ ਦੀ ਸੁਣਦਾ। ਹਰ ਰੋਜ਼ ਉਹ ਸਕੂਲ ਜਾਂਦਾ ਤੇ ਸਕੂਲ ਤੋਂ ਬਾਅਦ ਪਾਪਾ ਦੀ ਮਦਦ ਕਰਦਾ। ਫੈਰੀ ਨੇ ਵੇਖਿਆ ਕਿ ਪਿਨੋਕਿਓ ਨੇ ਆਪਣੇ ਆਪ ਨੂੰ ਕਿੰਨਾ ਚੰਗਾ ਜਵਾਕ ਬਣਾਇਆ ਤੇ ਉਹਨੂੰ ਇਨਾਮ ਦੇਣ ਦੀ ਸੋਚੀ। ਇੱਕ ਰਾਤ ਜਦੋਂ ਪਿਨੋਕਿਓ ਸੋ ਰਿਹਾ ਸੀ, ਫੈਰੀ ਨੇ ਪਿਨੋਕਿਓ ਉੱਤੇ ਜਾਦੂ ਕੀਤਾ। ਸਵੇਰਾ ਹੁੰਦੇ ਹੀ ਪਿਨੋਕਿਓ ਸਕੂਲ ਜਾਣ ਲਈ ਤਿਆਰ ਹੋਣ ਵਾਸਤੇ ਉੱਠਿਆ। ਉੱਠਦੇ ਸਮੇਂ ਉਹਨੂੰ ਮਹਿਸੂਸ ਹੋਇਆ ਕਿ ਕੁਝ ਵੱਖਰਾ ਹੈ। ਉਹਨੇ ਆਪਣੇ ਹੱਥ ਵੇਖੇ, ਫਿਰ ਬਾਕੀ ਸਰੀਰ ਨੂੰ ਵੇਖਿਆ। ਉਹ ਚੌਂਕ ਗਿਆ। ਉਹ ਹੁਣ ਲੱਕੜੀ ਦਾ ਨਹੀਂ ਰਿਹਾ, ਉਹ ਸਾਰਿਆਂ ਮਨੁੱਖਾਂ ਵਰਗਾ ਸੀ। ਉਹਦਾ ਦੀ ਚਮੜੀ ਸੀ। ਉਹ ਛਾਲ ਮਾਰ ਕੇ ਆਪਣੇ ਪਾਪਾ ਕੋਲ ਗਿਆ। ਪਾਪਾ, ਪਾਪਾ, ਮੈਨੂੰ ਵੇਖੋ। ਆਪਣੇ ਪੁੱਤਰ ਨੂੰ ਪੂਰੀ ਤਰ੍ਹਾਂ ਇਨਸਾਨ ਬਣਿਆ ਵੇਖ ਜਪੇਟੋ ਬਹੁਤ ਖੁਸ਼ ਹੋਇਆ। अरे वाह, हुण तू पूरी तरह मेरा पुत्र है। ਪਾਪਾ ਪੁੱਤਰ ਦੋਨੋਂ ਗਲੇ ਮਿਲੇ, ਅੱਖਾਂ ਵਿੱਚ ਹੰਝੂ ਭਰ ਕੇ ਖੁਸ਼ੀਆਂ ਦੇ। ਪਿਨੋਕਿਓ ਨੇ ਫੇਰ ਕਦੀ ਝੂਠ ਨਹੀਂ ਬੋਲਿਆ ਤੇ ਉਹਦੀ ਨੱਕ ਜਿੱਦਾਂ ਸੀ ਉਦਾਂ ਹੀ ਰਹੀ।